अस्सलाम वालेकुम दोस्तों। मेरे प्यारे दोस्तों, ਅਸੀਂ ਅੱਜ ਉਸ ਦਿਨ ਇੱਕ ਵੀਡੀਓ ਅਪਲੋਡ ਕੀਤੀ ਸੀ ਕਨੌਲਾ ਦੇ ਬਾਰੇ 'ਚ। ਉਹ ਕਨੌਲਾ ਜ਼ਰਾ ਛੋਟਾ ਸੀ, ਲੇਕਿਨ ਇਹ ਕਨੌਲਾ 2-2.5 ਮਹੀਨੇ ਦਾ ਤੇ ਕਨੌਲਾ ਬਹੁਤ ਖੂਬਸੂਰਤ ਖੇਤ ਲੱਗਦਾ ਵਾ ਕਨੌਲੇ ਦਾ। ਤੇ ਅਸੀਂ ਅੱਜ ਕਨੌਲੇ ਦੇ ਖੇਤ ਦੇ ਵਿੱਚ ਖੜੇ ਆ। ਤੇ ਦੋਸਤੋ, ਕਨੌਲਾ ਕਿਉਂ ਫਾਇਦੇਮੰਦ ਹੈ ਸਾਡੇ ਮੁਲਕ ਵਾਸਤੇ ਤੇ ਇਹਦੇ ਤੋਂ ਕਿਹੜੀ ਕਿਹੜੀ ਆਮਦਨੀ ਲਈ ਜਾ ਸਕਦੀ ਹੈ, ਉਹਦੇ ਬਾਰੇ 'ਚ ਅਸੀਂ ਤੁਹਾਨੂੰ ਅੱਜ ਦੱਸਾਂਗੇ। ਅੱਜ ਅਸੀਂ ਇੱਥੇ ਇੱਕ ਗਾਉਂ 'ਚ ਆਏ ਆ, ਕੋਟਲੀ ਤਾੜੜ, ਸ਼ਮੀਰਪੁਰ ਕੋਟਲੀ ਤਾੜੜ, ਤਹਿਸੀਲ ਪਸਰੂ, ਜ਼ਿਲ੍ਹਾ ਸਿਆਲਕੋਟ। ਇੱਥੇ ਇੱਕ ਦੋਸਤ ਨੇ ਕਨੌਲਾ ਕਾਸ਼ਤ ਕੀਤਾ। ਇਹਦਾ ਵੇਖੋ ਕੱਦ, ਬਹੁਤ ਜ਼ਿਆਦਾ ਕੱਦ ਹੈ ਤੇ ਕਨੌਲਾ ਜਿਹੜਾ ਨਾ ਬਿਲਕੁਲ ਤਿਆਰ ਤਾਂ ਨਹੀਂ ਹਾਲੀ ਹੋਇਆ, ਲੇਕਿਨ ਫਲ ਦੇ ਉੱਤੇ ਆ ਗਿਆ। ਫਲ ਲੱਗਣਾ ਸ਼ੁਰੂ ਹੋ ਗਿਆ ਤੇ ਇਹ ਫਾਰਮਰ ਕਹਿ ਰਹੇ ਨੇ ਕਿ 2 ਮਹੀਨੇ ਤੱਕ ਤਕਰੀਬਨ ਤਿਆਰ ਹੋ ਜਾਏਗਾ। ਤੇ ਅਸੀਂ ਅੱਜ ਇਹਦੇ ਬਾਰੇ 'ਚ ਤੁਹਾਨੂੰ ਉਸ ਦਿਨ ਜਿਹੜੇ ਤੁਹਾਨੂੰ ਵੀਡੀਓ ਦੱਸੀ ਸੀ, ਉਹ ਛੋਟਾ ਕਨੌਲਾ ਸੀ, ਲੇਕਿਨ ਇਹਦਾ ਤਾਂ ਕੱਦ ਮਾਸ਼ਾਅੱਲਾ 7-8 ਫੁੱਟ ਦਾ ਤੇ ਬਹੁਤ ਖੂਬਸੂਰਤ ਖੇਤ ਹੈ ਤੇ ਇੱਥੇ ਫਲ ਵੀ ਬਹੁਤ ਜ਼ਿਆਦਾ ਆ ਰਿਹਾ। ਤੇ ਅੱਜ ਅਸੀਂ ਇਹਦੇ ਬਾਰੇ 'ਚ ਤੁਹਾਨੂੰ ਹੋਰ ਜਿਹੜੀਆਂ ਮੁਫੀਦ ਮਾਲੂਮਾਤ ਨੇ ਉਹ ਸ਼ੇਅਰ ਤੁਹਾਡੇ ਨਾਲ ਕਰਾਂਗੇ। ਤੇ ਅੱਜ ਸਾਡੇ ਨਾਲ ਨੇ ਫਾਰਮਰ ਇੱਥੋਂ ਦੇ ਜਿਨ੍ਹਾਂ ਦਾ ਕਨੌਲਾ, ਤੇ ਉਹਨਾਂ ਕੋਲ ਅਸੀਂ ਪੁੱਛਾਂਗੇ ਕਿ ਆਇਆ ਤੁਸੀਂ ਇੱਥੇ ਕੀ ਕੁਛ, ਕਿਹੜੀ ਖਾਦ ਪਾਈ ਹੈ, ਇੱਥੇ ਤੁਹਾਡਾ ਕਿੰਨਾ ਖਰਚਾ ਆਇਆ ਤੇ ਇੱਥੋਂ ਕਿੰਨੀ ਆਮਦਨੀ ਆਉਣ ਦਾ ਚਾਂਸ ਹੈ। ਆਓ ਅਸੀਂ ਹੁਣ ਤੁਹਾਨੂੰ ਆਪਣੇ ਉਹ ਦੋਸਤ ਦੇ ਨਾਲ ਮਿਲਾਉਂਦੇ ਹਾਂ। अस्सलाम वालेकुम। वालेकुम सलाम। ਕੀ ਹਾਲ ਹੈ ਭਾਜੀ, ਠੀਕ ਹੋ? दुआ शुक्र अल्लाह की रहमत है। ਭਾਜੀ ਕੀ ਨਾਂ ਹੈ ਤੁਹਾਡਾ? शबीर अहमद। ਸ਼ਬੀਰ ਸਾਹਿਬ, ਕੀ ਕਿੰਨੀ ਪੈਲੀ ਹੈ ਤੁਹਾਡੀ? ਇੱਥੇ ਆ ਕੇ ਸਾਡੇ ਕੋਲ 5 ਕਿੱਲੇ ਪੈਲੀ। ਤੇ ਟੋਟਲ ਕਣਕ ਪਾ ਕੇ ਤੇ ਆਪਣਾ ਕਨੌਲਾ ਪਾ ਕੇ ਕਿੰਨੀ ਟੋਟਲ ਪੈਲੀ ਹੋ ਜਾਂਦੀ ਤੁਹਾਡੀ? ਉਸੋਂ ਤਾਂ 8-9 ਕਿੱਲੇ ਪੈਲੀ ਹੈ। 5 ਕਿੱਲੇ ਕਨੌਲਾ ਬੀਜਿਆ ਸੀ। 5 ਕਿਲੋ ਕਨੌਲਾ ਬੀਜ 5 ਕਿੱਲੇ ਕਨੌਲਾ ਬੀਜਿਆ। ਇਹ ਤੇ ਕਨੌਲੇ ਦਾ ਖੇਤ ਬਹੁਤ ਮਾਸ਼ਾਅੱਲਾ ਬੜਾ ਖੂਬਸੂਰਤ ਹੈ। ਇਹ ਤੁਹਾਡੇ ਨਾਲ ਵੀ ਲੰਬਾ ਹੋ ਗਿਆ। ਹਾਂਜੀ ਹਾਂਜੀ, ਸਾਰੇ ਇੰਜ ਹੀ ਨੇ ਸਾਡੇ। ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕਿਵੇਂ ਮਤਲਬ ਕਿ ਕੀ ਕੁਛ ਪਾਇਆ ਇਹਦੇ ਥੱਲੇ, ਕਿਵੇਂ ਬੀਜਿਆ ਜੇ, ਕਿੰਨੇ ਇਹਨੂੰ ਸੀਆਂ ਲਾਈਆਂ ਜੇ ਟਰੈਕਟਰ ਦੀਆਂ, ਤੇ ਕਿਹੜੀ ਖਾਦ ਪਾਈ ਜੇ? ਅਸੀਂ ਜੀ ਇਹਦੇ 'ਚ 1 ਨਾਈਟ੍ਰੋਫਾਸ ਪਾਈਏ। ਅੱਛਾ। ਤੇ ਦੋ ਸੀਨ ਲਵਾਈਏ ਕੰਗੀ ਹੱਲਾਂ ਦੀ। ਠੀਕ ਹੋ ਗਿਆ। ਤੇ ਉੱਤੇ ਬੀਜ ਦੇ ਕੇ ਤੇ ਰੂਟਰ ਫੇਰਿਆ। ਉੱਤੇ ਬੀਜ ਦੇ ਕੇ ਰੂਟਰ ਪੈ ਰਿਹਾ। ਅੱਛਾ, ਸਾਡੇ ਦੋਸਤਾਂ ਨੂੰ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਟਰੈਕਟਰ ਦਾ ਤੁਹਾਡਾ ਖਰਚਾ ਹੈ ਉਹ ਕਿੰਨਾ ਸੀ ਤੇ ਬੀਜ ਦਾ ਕਿੰਨਾ ਖਰਚਾ ਸੀ? ਸਾਡਾ ਟਰੈਕਟਰ ਦਾ 6000 ਖਰਚਾ ਸਾਰਾ। 6000 ਰੁਪਈਆ ਖਰਚਾ ਹੈ। ਹਾਂਜੀ। ਤੇ 4500 ਰੁਪਈਆ ਬੀਜ ਦਾ ਆਇਆ ਕਿੱਲੇ ਦਾ। ਪੂਰੇ ਕਿੱਲੇ ਦਾ ਬੀਜ 4500 ਰੁਪਏ ਦਾ। ਹਾਂਜੀ। ਤੇ 1 ਨਾਈਟ੍ਰੋਫਾਸ ਦੀ ਪਾਈ ਬੋਰੀ। ਇੱਕ ਨਾਈਟ੍ਰੋਫਾਸ ਦੀ ਬੋਰੀ ਉਹ ਲਾ ਲਓ। ਉਹ ਤਾਂ 6000 ਦੀ ਆਉਂਦੀ। 6000 ਦੀ ਬੋਰੀ। ਇਹ ਟੋਟਲ ਕਿੰਨਾ ਬਣ ਜੀ ਹੋ ਜਾਂਦਾ? 6 12 14000 ਆ ਗਿਆ। 214,000 ਰੁਪਈਆ ਇਹਦੀ ਬਜਾਈ ਦੇ ਟਾਈਮ ਇਹਦਾ ਖਰਚਾ ਆਇਆ। ਉਸ ਤੋਂ ਬਾਅਦ ਬਾਟ ਸਾਹਿਬ ਤੁਸੀਂ ਕੋਈ ਤੇ ਖਰਚਾ ਕੀਤਾ? ਨਹੀਂ, ਉਸ ਤੋਂ ਬਾਅਦ ਕੋਈ ਖਰਚਾ ਨਹੀਂ। ਕੋਈ ਖਰਚਾ ਨਹੀਂ ਕੀਤਾ। ਇਹ ਆਪਣੇ ਆਪ ਹੀ ਏਡੀ ਹੋ ਗਈ ਹੈ। ਕੋਈ ਇਹ ਬਜਾਈ ਦੇ ਟਾਈਮ ਸਿਰਫ ਖਰਚਾ ਹੋਇਆ ਹੈ। ਤੇ ਇਹ ਕਿੰਨੀ ਦੇਰ ਦੀ ਹੋ ਗਈ ਅੱਜ? ਇਹ 2 ਮਹੀਨੇ ਦੀ ਹੋ ਗਈ ਹੈ। 2 ਮਹੀਨੇ ਦੀ ਹੋ ਗਈ। ਮਾਸ਼ਾਅੱਲਾ ਬੜਾ ਕੱਦ ਹੋ ਗਿਆ। ਤੇ ਇਹਨੇ ਕਿੰਨੇ ਕੁ ਮਹੀਨੇ ਬਾਅਦ ਪੱਕ ਜਾਣਾ ਜੀ? ਮਹੀਨੇ ਸਵਾ 'ਚ ਪੱਕ ਜਾਣਾ ਹੋਣਾ। ਮਹੀਨੇ ਸਵਾ 'ਚ ਪੱਕ ਜਾਏਗੀ। ਤੇ ਬਾਟ ਸਾਹਿਬ ਤੁਸੀਂ ਸਾਨੂੰ ਇਹਦੇ ਬਾਰੇ ਦੱਸੋ ਕਿ ਇਹਦਾ ਅਗਰ ਜਦੋਂ ਪੱਕ ਜਾਂਦੀ ਹੈ, ਇਹਦੀਆਂ ਫਲੀਆਂ ਤੁਸੀਂ ਤਾਰ ਲੈਂਦੇ ਹੋ, ਇਹ ਕਿਹੜੇ ਕੰਮ ਆਉਂਦੀਆਂ ਨੇ? ਇਹ ਆਇਲ ਨਿਕਲਦਾ ਹੈ। ਆਇਲ? ਹਾਂਜੀ, ਆਇਲ ਨਿਕਲਦਾ। ਆਇਲ ਨਿਕਲਦਾ ਜਿਹੜਾ ਅਸੀਂ ਘਰਾਂ 'ਚ ਖਾਂਦੇ ਆ। ਹਾਂਜੀ, ਘਰਾਂ ਖਾਂਦੇ ਆ। ਠੀਕ ਹੋ ਗਿਆ। ਅਸੀਂ ਪਿਛਲੇ ਸਾਲ ਵੀ ਆਪਣੇ ਘਰੇ ਹੀ ਖਾਂਦੇ ਆ ਪਏ। ਇਹੀ ਖਾਂਦੇ ਰਹੇ ਹੋ? ਹਾਂਜੀ, ਖਾਂਦੇ ਆ। ਦੋਸਤੋ, ਤੁਸੀਂ ਸੁਣ ਸਕਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਆਇਲ ਦੀ ਕਿੰਨੀ ਕਮੀ ਹੋ ਗਈ ਹੈ, ਕਿੱਡਾ ਮਹਿੰਗਾ ਲੋਕੀ ਆਇਲ ਲੈ ਕੇ ਖਾਂਦੇ ਨੇ ਪਏ। ਤੇ ਜੇ ਅਗਰ ਅਸੀਂ ਆਪਣੇ 1-1 ਕਿੱਲਾ 2-2 ਕਿੱਲਾ ਬੀਜ ਕੇ ਆਪਣੇ ਘਰ ਆਪਣਾ ਹੀ ਆਇਲ ਬਣਾ ਲਈਏ ਤੇ ਕਿੱਡੀ ਵਧੀਆ ਗੱਲ ਹੈ। ਤੇ ਬਟ ਸਾਹਿਬ, ਇਸ ਤੋਂ ਇਲਾਵਾ ਇਹ ਤੋਂ ਕੀ ਤੁਸੀਂ ਹਾਸਲ ਕਰਦੇ ਹੋ? ਅਸੀਂ ਤਾਂ ਕੋਈ ਨਹੀਂ ਹਾਸਲ ਕਰਦੇ। ਪਿਛਲੇ ਸਾਲ ਵੀ ਵੇਚੜੇ ਵਿਕਾਇਆ। 2 ਕਮਾ ਰੱਖਿਆ ਸੀ, ਉਹ ਖਾਣ ਦੇ ਆ। ਅੱਛਾ, ਹਾਲੇ ਤੱਕ ਖਾਣ ਦੇ ਹੋ? ਇਹਦਾ ਮਤਲਬ ਕਿ ਤੁਸੀਂ ਤਾਂ ਬੜੇ ਅਮੀਰ ਆਦਮੀ ਹੋ ਕਿ ਜਨਾਬ ਤੁਸੀਂ ਆਪਣਾ ਆਇਲ ਖੁਦ ਤਿਆਰ ਕਰਦੇ ਹੋ। 8600 ਰੁਪਇਆ ਰੇਟ ਬਣਦਾ ਇਹਦਾ ਹੁਣ। 8600 ਰੁਪਈਆ ਮਨ ਦਾ ਰੇਟ ਇਹਦਾ, ਇਹਦੀ ਤੋਰੀ ਦਾ। ਹਾਂਜੀ, ਪਿਛਲੇ ਸਾਲ ਸਾਡਾ ਨਿਕਲਿਆ 24 ਮਣ ਕਿੱਲੇ ਦਾ। 24 ਮਣ, ਮਾਸ਼ਾਅੱਲਾ। ਇਹ ਤੇ ਬਟ ਸਾਹਿਬ ਦੂਜੀਆਂ ਫਸਲਾਂ ਨੂੰ ਕੱਟ ਗਿਆ ਫਿਰ। ਤੇ ਬਟ ਸਾਹਿਬ, ਇਸ ਤੋਂ ਇਲਾਵਾ ਇਹਦਾ ਖਾਲ ਵੀ ਸੁਣਿਆ, ਇਹਦਾ ਵੰਡਾ ਛੰਡਾ ਵੀ ਬਣਦਾ? ਹਾਂਜੀ, ਉਹ ਖਾਲ ਬਣ ਜਾਂਦੀ ਵੀ ਅਸੀਂ ਨਹੀਂ ਬਣਾਈ, ਅਸੀਂ ਤਾਂ ਵੇਚ ਛੜਿਆ ਸੀ। ਤੁਸੀਂ ਨਹੀਂ ਬਣਾਈ, ਲੇਕਿਨ ਲੋਕੀ ਬਣਾਉਂਦੇ ਹੈ ਨੇ। ਤੇ ਉਹਦਾ ਕੀ ਰੇਟ ਸ਼ੀਟ ਹੁੰਦਾ ਮਾਰਕੀਟ ਦੇ ਵਿੱਚ? ਪੁੱਛਿਆ ਹੀ ਨਹੀਂ ਕਦੇ। ਉਹ ਕਾਦੇ ਵਾਸਤੇ ਇਸਤੇਮਾਲ ਹੁੰਦੀ? ਡੰਗਰਾਂ ਨੂੰ ਪੈਂਦੀ। ਡੰਗਰਾਂ ਨੂੰ ਪੈਂਦੀ ਹੈ? ਦੁੱਧ ਦੇਣ ਵਾਲੇ ਡੰਗਰਾਂ ਨੂੰ ਜਾਂ ਦੂਸਰੀਆਂ? ਡੰਗਰਾਂ ਨੂੰ, ਦੁੱਧ ਦੇਣ ਵਾਲਿਆਂ ਨੂੰ। ਤੇ ਬਟ ਸਾਹਿਬ, ਤੁਸੀਂ ਸਾਡੇ ਦੋਸਤਾਂ ਨੂੰ, ਜ਼ਿਮੀਂਦਾਰ ਦੋਸਤ ਜਿਹੜੇ ਭਰਾ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਤੋਰੀਆ ਬੀਜਣ ਦੇ ਨਾਲ ਫਾਇਦਾ ਕਿਸੇ ਸ਼ਾਇਦ ਵੀ ਨਹੀਂ। ਇਹ ਕਨੌਲਾ ਹੀ ਬੀਜਣ? ਕਨੌਲਾ ਬੀਜਣ, ਇਹਦੇ 'ਚ ਕੋਈ ਖਰਚਾ ਕੋਈ ਨਹੀਂ। ਖਰਚਾ ਤੇ ਕੋਈ ਬਾਤ ਨਹੀਂ।
ਤੇ ਆਮਦਨ ਬੇਬਾਏ ਆਮਦਨ ਬੇਬਾਏ 25 26 30 ਮਣ ਵੀ ਨਿਕਲ ਜਾਂਦੇ, ਇਹਨਾਂ ਨਿਕਲ ਜਾਂਦੀ 30 ਮਣ ਨਿਕਲ ਜਾਂਦਾ ਹੈ। ਤੇ 8 8.5 ਹਜ਼ਾਰ ਤੋਂ ਮਣ ਵੀ ਇਹ ਬਗੈਰ ਕਿਸੇ ਖਾਦ ਤੋਂ ਨਿਕਲ ਗਿਆ ਇੰਨਾ ਇੰਨਾ ਇੱਕੋ ਨਿਕਲ ਬੋਰੀ ਪਾਈ ਅਸੀਂ। ਇੱਕੋ ਬੋਰੀ। ਉਹ ਤੇ ਚਲੋ ਤੁਸੀਂ ਮਤਲਬ ਕਿ ਆਪਣੇ ਦਿਮਾਗ ਨੂੰ ਜਾਂ ਸੋਚ ਨੂੰ ਮੁਤਮਨ ਕਰਨ ਵਾਸਤੇ ਤੁਸੀਂ ਪਾ ਲਈ ਕਿ ਯਾਰ ਉੱਗੇ ਤੇ ਸਹੀ ਹਾਂਜੀ, ਹੋਰ ਤੇ ਕੋਈ ਉੱਗ ਪਿਆ। ਹੁਣ ਇਹ ਚ ਕੋਈ ਸਪਰੇਅ ਨਹੀਂ ਕੋਈ ਇਹਦੇ ਚ। ਕੋਈ ਨਹੀਂ ਹਾਲ ਤੱਕ ਆਹ ਕੀਤੀ। ਇਹ ਤੇ WhatsApp ਬੜਾ ਫਿਰ ਮੁਨਾਫਾ ਬਖਸ਼ ਹੈ। ਹਾਂਜੀ, ਜੇ ਸੁੰਡਾ ਸੰਡਾ ਪੈ ਜਾਏ ਫਿਰ ਸਪਰੇਅ ਕਰਨੀ ਉਹ ਇੱਕ ਅੱਧੀ ਸਪਰੇਅ ਕਰਨੀ ਪੈ ਜਾਂਦੀ ਹੈ। ਹਾਲੇ ਸਾਨੂੰ ਪਿਆ ਹੀ ਕੋਈ ਨਹੀਂ ਦੇ। ਦੋਸਤੋ ਇਹ ਸ਼ਬੀਰ ਭੱਟ ਸਾਹਿਬ ਜਿਹੜੇ ਨੇ ਆਪਣਾ ਸ਼ਮੀਰਪੁਰ ਤੋਂ ਨੇ, ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ। ਇਹਨਾਂ ਨੇ 4 ਕਿੱਲੇ ਕਨੌਲਾ ਬੀਜਿਆ। ਕਨੌਲਾ ਤੁਸੀਂ ਵੇਖ ਸਕਦੇ ਹੋ, ਬਹੁਤ ਖੂਬਸੂਰਤ ਇਹਦਾ ਗਾਉ ਹੈ, ਬਹੁਤ 7-8 ਫੁੱਟ ਇਹਦਾ ਕੱਦ ਹੋ ਚੁੱਕਿਆ। ਤੇ ਇਹ ਕਹਿੰਦੇ ਨੇ ਕਿ ਅਸੀਂ ਪਿਛਲੇ ਸਾਲ ਤੋਂ ਬੀਜਣੇ ਆ। ਅਸੀਂ ਕਦੀ ਘਿਓ ਜਿਹੜਾ ਨਾ ਬਾਹਰੋਂ ਲਿਆ ਕੇ ਨਹੀਂ ਖਾਦਾ। ਅਸੀਂ ਘਿਓ ਆਪਣੇ ਘਰ ਦਾ ਹਾਲੇ ਤੱਕ ਖਾਣ ਡੇ ਆ। ਤੇ ਇਹਦਾ 8500 ਰੁਪਈਆ ਮਨ ਫੀ ਮਨ ਜਿਹੜਾ ਨਾ ਰੇਟ ਹੈ ਮਾਰਕੀਟ ਦੇ ਵਿੱਚ। ਤੇ ਦੋਸਤੋ ਸਾਡਾ ਕਹਿਣ ਦਾ ਮਕਸਦ ਇਹ ਸੀ ਕਿ ਤੁਸੀਂ ਵੀ ਸਾਰੇ ਦੋਸਤ ਜਿਹੜੇ ਨੇ ਨਾ ਗੰਦਮ ਵੀ ਬੀਜੋ, ਚਾਵਲ ਵੀ ਬੀਜੋ, ਕਪਾਹ ਵੀ ਬੀਜੋ, ਹਰ ਚੀਜ਼ ਬੀਜੋ। ਲੇਕਿਨ ਘਿਓ ਜਿਹੜਾ ਨਾ ਘਿਓ ਵਾਸਤੇ ਘਰ ਦਾ ਖਾਣਾ ਚਾਹੀਦਾ, ਸਾਫ ਸੁਥਰਾ ਘਿਓ ਖਾਣਾ ਚਾਹੀਦਾ। ਅਸੀਂ ਬਾਹਰੋਂ ਡਾਲਰਾਂ ਦੇ ਵਿੱਚ ਮੰਗਵਾਉਂਦੇ ਆ। ਤੇ ਕਿਉਂ ਨਾ ਅਸੀਂ ਆਪਣੇ ਜ਼ਿਮੀਂਦਾਰ, ਸਾਡਾ ਮੁਲਕ ਹੈ, ਸਾਰਾ ਮੁਲਕ ਸਾਡਾ ਜ਼ਰੀ ਮੁਲਕ ਹੈ, ਤੇ ਅਸੀਂ ਇੱਥੇ 2-2 4-4 ਕਿੱਲੇ ਬੀਜ ਕੇ ਆਪਣੇ ਮਤਲਬ ਕਿ ਨਾ ਘਿਓ ਤਿਆਰ ਕਰੀਏ। ਤੇ ਬਹੁਤ ਸ਼ੁਕਰੀਆ ਸ਼ਬੀਰ ਭੱਟ ਸਾਹਿਬ, ਅਸੀਂ ਤੁਹਾਡਾ ਬੜੀ ਮਿਹਰਬਾਨੀ ਤੁਸੀਂ ਸਾਨੂੰ ਦੱਸਿਆ। ਇਹਦੇ ਨਾਲ ਹੀ ਤੁਹਾਡਾ ਮੇਜ਼ਬਾਨ ਤਬਸਮ ਰਿਹਾ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ। ਅੱਲਾ ਹਾਫਿਜ਼।